ਆਖਰੀ ਵਾਰ ਤੁਹਾਡੇ ਵੱਲੋਂ ਐਡਰੈਸ ਕੀਤਾ ਜਾਵੇ। ਜਿਵੇਂ ਕਿ ਸੁਸ਼ੀਲ ਭਾਰਦਵਾਜ ਜੀ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਤੁਹਾਨੂੰ ਇਸ ਬਾਰੇ ਦੱਸਿਆ ਗਿਆ ਪ੍ਰੋਗਰਾਮ ਬਾਰੇ, ਅਤੇ ਮੈਂ ਉਮੀਦ ਕਰਦਾ ਹਾਂ ਕਿ ਵੱਧ ਤੋਂ ਵੱਧ ਅਧਿਆਪਕ ਸਾਹਿਬਾਨ ਇਸ ਦਾ ਲਾਭ ਚੱਕਣਗੇ। ਅਤੇ ਜਿਵੇਂ ਤੁਸੀਂ ਜਾਣੂ ਹੋ ਕਿ ਇੱਕ ਅਧਿਆਪਕ ਉਹ ਸ਼ਖਸੀਅਤ ਹੈ ਕਿ ਉਹਨੂੰ ਜ਼ਿੰਦਗੀ 'ਚ ਹਰ ਵੇਲੇ ਕੋਈ ਨਾ ਕੋਈ ਨਵੀਂ ਔਕੜ ਜਾਂ ਨਵੀਂ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਕੋਲ ਇੱਕ ਕਲਾਸ 'ਚ 40 ਤੋਂ 50 ਵਿਦਿਆਰਥੀ ਬੈਠੇ ਹੁੰਦੇ ਨੇ ਅਤੇ ਅਸੀਂ ਦਿਨ ਦੇ ਵਿੱਚ 5 ਜਾਂ 6 ਪੀਰੀਅਡ ਘੱਟੋ ਘੱਟ ਲਗਾਉਣੇ ਹੀ ਹੈ, ਅਤੇ ਅਸੀਂ ਤਕਰੀਬਨ ਇਸ ਹਿਸਾਬ ਨਾਲ 300 ਵਿਦਿਆਰਥੀਆਂ ਦੇ ਰੂਬਰੂ ਹਰ ਰੋਜ਼ ਹੁੰਦੇ ਆ, ਅਤੇ ਉਹਨਾਂ ਵਿਦਿਆਰਥੀਆਂ ਦੀ ਅਲੱਗ-ਅਲੱਗ ਸੋਚ ਹੁੰਦੀ ਹੈ, ਅਲੱਗ-ਅਲੱਗ ਸਾਈਕੋਲੋਜੀ ਹੁੰਦੀ ਹੈ, ਅਲੱਗ-ਅਲੱਗ ਉਹਨਾਂ ਦੇ ਪਰਿਵਾਰਿਕ ਬੈਕਗਰਾਊਂਡ ਹੁੰਦੀ ਹੈ, ਅਤੇ ਅਸੀਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਅਸੀਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਔਰ ਜਦ ਅਸੀਂ ਪੜ੍ਹਾਉਂਦੇ ਹਾਂ ਅਤੇ ਸਾਨੂੰ ਵੱਖ-ਵੱਖ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਔਰ ਅਸੀਂ ਉਹਦੇ ਸੋਲਿਊਸ਼ਨ ਵੀ ਆਪ ਹੀ ਲੱਭ ਲੈਂਦੇ ਹਾਂ। ਅਸੀਂ ਉਹਨਾਂ ਦੇ ਸੋਲਿਊਸ਼ਨ ਲਈ ਕਿਸੇ ਹੋਰ ਕੋਲ ਨਹੀਂ ਜਾਂਦੇ, ਅਤੇ ਉਹ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਨੂੰ ਔਕੜ ਆਈ, ਉਹਨੂੰ ਅਸੀਂ ਹੱਲ ਵੀ ਕਰ ਲਿਆ, ਅਤੇ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਿਆ ਕਿ ਅਸੀਂ ਉਹਨੂੰ ਔਕੜ ਆਈ ਸੀ, ਉਸਨੂੰ ਹੱਲ ਕਰ ਲਿਆ। ਇਹ ਪਲੇਟਫਾਰਮ ਸਿਰਫ ਉਹਨਾਂ ਔਕੜਾਂ ਨੂੰ ਇੱਕ ਤਰ੍ਹਾਂ ਨਾਲ ਡਾਕੂਮੈਂਟੇਸ਼ਨ ਕਰਨ ਦਾ ਹੈ। ਸਾਨੂੰ ਡਾਕੂਮੈਂਟੇਸ਼ਨ ਕਰਨੀ ਹੈ, ਕਿਉਂਕਿ ਸਾਡੀ ਨੌਲੇਜ ਸ਼ੇਅਰਿੰਗ ਜਿਹੜੀ ਹੈਗੀ ਹੈ, ਅੱਜ ਕੱਲ੍ਹ ਗਵਰਨਮੈਂਟ ਆਫ ਇੰਡੀਆ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ ਕਿ ਜਿਹੜੀ ਨੌਲੇਜ ਸ਼ੇਅਰਿੰਗ ਹੈ ਉਹ ਸਾਰੀ ਸਟੇਟਾਂ 'ਚ ਹੋਵੇ। ਮੈਂ ਤੁਹਾਨੂੰ ਕਈ ਪ੍ਰੋਜੈਕਟ ਐਸੇ ਦੱਸ ਸਕਦਾ ਹਾਂ ਕਿ ਜਿਨ੍ਹਾਂ ਦੇ ਇਨੀਸ਼ੀਏਟਿਵ ਸਾਡੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਲਏ ਗਏ, ਅਤੇ ਅੱਜ ਉਹ ਸਾਰੇ ਹੀ ਇਨੀਸ਼ੀਏਟਿਵ ਜਿਹੜੇ ਨੇ ਬਾਕੀ ਸਟੇਟਾਂ ਦੇ ਵਿੱਚ ਸਕਸੈਸਫੁਲੀ ਰਨ ਕੀਤੇ ਜਾਂਦੇ ਨੇ। ਅਤੇ ਮੈਂ ਇਸ ਪ੍ਰੋਗਰਾਮ ਬਾਰੇ ਵੀ ਹੋ ਸਕਦਾ ਤੁਹਾਡੇ ਮਨ 'ਚ ਕਈ ਸ਼ੰਕਾਵਾਂ ਹੋਣ, ਕਈ ਪ੍ਰਸ਼ਨ ਹੋਣ, ਮੇਰੇ ਮਨ ਦੇ ਵਿੱਚ ਵੀ ਕਈ ਪ੍ਰਸ਼ਨ ਨੇ, ਅਤੇ ਮੈਂ ਇਹਨਾਂ ਪ੍ਰਸ਼ਨਾਂ ਬਾਰੇ ਸੁਸ਼ੀਲ ਜੀ ਨਾਲ ਗੱਲਬਾਤ ਕਰਾਂਗਾ। ਹੋ ਸਕਦਾ ਜਿਹੜੇ ਪ੍ਰਸ਼ਨ ਤੁਹਾਡੇ ਮਨ 'ਚ ਆ ਰਹੇ ਹੋਣ ਉਹਨਾਂ ਦਾ ਵੀ ਕੋਈ ਨਾ ਕੋਈ ਨਿਵਾਰਨ ਹੋ ਸਕੇ। ਹਾਂਜੀ ਸੁਸ਼ੀਲ ਜੀ, ਮੈਂ ਪੁੱਛਣਾ ਚਾਹਾਂਗਾ ਕਿ ਇਹ ਜਿਹੜੀ ਦੀਕਸ਼ਾ ਐਪ ਹੈ, ਇਹ ਸਿਰਫ ਕੰਪਿਊਟਰ ਜਾਂ ਲੈਪਟਾਪ 'ਤੇ ਵੀ ਖੁੱਲ੍ਹ ਸਕਦੀ ਹੈ ਜਾਂ ਇਹਨੂੰ ਆਪਾਂ ਆਪਣੇ ਮੋਬਾਈਲ 'ਤੇ ਵੀ ਖੋਲ੍ਹ ਸਕਦੇ ਹਾਂ? ਸਰ, ਇਹ ਜਿਹੜੀ ਦੀਕਸ਼ਾ ਐਪ ਹੈ ਉਹ ਆਪਣੇ ਤੁਸੀਂ ਐਂਡਰਾਇਡ ਫੋਨ ਦੇ ਉੱਤੇ ਬੜੇ ਆਰਾਮ ਨਾਲ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹਦੇ 'ਤੇ ਸਟੇਟ ਲੌਗਇਨ ਸਿਸਟਮ 'ਤੇ ਆਪਾਂ ਡਾਊਨਲੋਡ ਕਰਕੇ ਕਰ ਸਕਦੇ ਹਾਂ ਜੀ। ਅਤੇ ਇਸ ਤੋਂ ਇਲਾਵਾ ਮੇਰੇ ਮਨ 'ਚ ਇੱਕ ਹੋਰ ਗੱਲ ਆ ਰਹੀ ਸੀ ਕਿ ਅਧਿਆਪਕ ਜਿਹੜਾ ਹੈ ਕੀ ਉਹ ਆਪਣੇ ਵਿਸ਼ੇ ਨਾਲ ਰਿਲੇਟਿਡ ਹੀ ਪ੍ਰੋਬਲਮਸ ਨੂੰ ਡਾਕੂਮੈਂਟ ਕਰੇਗਾ ਜਾਂ ਕਿਸੇ ਹੋਰ ਪੱਧਰ ਦੀਆਂ ਪ੍ਰੋਬਲਮਸ, ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ, ਜਾਂ ਕਿਸੇ ਐਡਮਿਨਿਸਟ੍ਰੇਟਿਵ ਪ੍ਰੋਬਲਮ, ਜਾਂ ਵਿਦਿਆਰਥੀਆਂ ਦੀ ਕਈ ਘਰੇਲੂ ਪ੍ਰੋਬਲਮਸ ਹੁੰਦੀਆਂ ਨੇ, ਉਹਨਾਂ ਨੂੰ ਵੀ ਹੱਲ ਕਰਦਾ ਹੈ ਕਿ ਅਸੀਂ ਉਹਨਾਂ ਬਾਰੇ ਵੀ ਡਾਕੂਮੈਂਟੇਸ਼ਨ ਇਸ ਦੇ ਉੱਤੇ ਅਪਲੋਡ ਕਰ ਸਕਦੇ ਹਾਂ? ਤੁਸੀਂ ਇੱਕ ਬੜਾ ਹੀ ਸੈਂਸਿਟਿਵ ਸਵਾਲ ਪੁੱਛ ਲਿਆ ਸਰ। ਇਹਦੇ ਬਾਰੇ ਮੈਂ ਜ਼ਰੂਰ ਦੱਸਾਂਗਾ। ਤੁਸੀਂ ਸਾਈਕੋਲੋਜੀ ਵਿੱਚ ਇਹਦੇ ਵਿੱਚ ਇਨਕਲੂਡ ਕਰ ਲਿਆ ਹੈ। ਇਹ ਬਿਲਕੁਲ ਤੁਸੀਂ ਬੱਚੇ ਦੀ ਸਾਈਕੋਲੋਜੀ ਤੋਂ ਰਿਲੇਟਿਡ ਵੀ ਆਪਣੀ ਕੋਈ ਕੇਸ ਸਟੱਡੀ ਹੈ ਉਹ ਇਸ ਉੱਤੇ ਅਪਲੋਡ ਕਰ ਸਕਦੇ ਹੋ। ਕੋਈ ਬੱਚੇ ਨਹੀਂ ਆ ਰਹੇ ਹੈ, ਚਾਹੇ ਉਹ ਪ੍ਰਾਇਮਰੀ ਸੈਕਸ਼ਨ ਤੋਂ ਨੇ, ਤੁਸੀਂ ਉਹਦੇ ਲਈ ਕੀ ਉਪਰਾਲੇ ਕੀਤੇ, ਉਹ ਸਾਈਕੋਲੋਜੀ ਨੂੰ ਸਮਝਣ ਦੇ ਵਾਸਤੇ ਤੁਸੀਂ ਕੋਈ ਕੇਸ ਸਟੱਡੀ ਹੈ ਉਹ ਆਪਣੀ ਐਜ਼ ਏ ਰੈਫਰੈਂਸ ਮਟੀਰੀਅਲ ਉਹਦੇ ਉੱਤੇ ਅਪਲੋਡ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਸਰ ਕਿ ਇਹ ਸਿਰਫ ਵਿਸ਼ਾ ਅਧਿਆਪਕ ਆਪਣੇ ਵਿਸ਼ੇ ਨਾਲ ਸੰਬੰਧਿਤ ਹੀ ਪ੍ਰੋਜੈਕਟ ਅਪਲੋਡ ਕਰੇ, ਉਹ ਦੂਜੇ ਵਿਸ਼ਿਆਂ ਦੇ ਨਾਲ ਸੰਬੰਧਿਤ ਵੀ, ਕਿਉਂਕਿ ਅੱਜ ਕੱਲ ਆਪਾਂ ਸਟੈਮ ਲੈਬਸ ਦੀ ਗੱਲ ਕਰਦੇ ਹਾਂ। ਸਟੈਮ ਲੈਬ ਦੇ ਵਿੱਚ ਅੱਜ ਕੱਲ ਉਹ ਸਟੀਮ ਲੈਬ ਆ ਗਿਆ, ਸਟੀਮ ਜਿਹਦੇ ਵਿੱਚ ਆਰਟਸ, ਮੈਥ, ਸਾਇੰਸ ਇਹ ਸਾਰੇ ਕੁਝ ਇਨਕਲੂਡਡ ਹੁੰਦੇ ਹਨ। ਤਾਂ ਅਸੀਂ ਕੋਈ ਵੀ ਵਿਸ਼ੇ ਦਾ, ਹੋ ਸਕਦਾ ਉਹ ਬੱਚਾ ਤਾਂ ਸਾਰੇ ਵਿਸ਼ੇ ਪੜ੍ਹਦਾ ਹੀ ਹੈ, ਤਾਂ ਆਪਾਂ ਕਿਸੇ ਵੀ ਵਿਸ਼ੇ ਦਾ, ਕਿਸੇ ਵੀ ਫੀਲਡ ਦਾ, ਚਾਹੇ ਉਹ ਸਪੋਰਟਸ ਤੋਂ ਰਿਲੇਟਿਡ ਹੋਵੇ, ਚਾਹੇ ਉਹ ਹਾਈਜੀਨ ਤੋਂ ਰਿਲੇਟਿਡ ਹੋਵੇ, ਚਾਹੇ ਉਹ ਬੱਚਿਆਂ ਦੀ ਸਿਕਿਉਰਿਟੀ ਤੋਂ ਰਿਲੇਟਿਡ ਕੋਈ ਵੀ ਇਨੋਵੇਟਿਵ ਆਈਡੀਆ ਹੋਵੇ, ਉਹ ਉਹਦੇ ਉੱਤੇ ਅਪਲੋਡ ਕਰ ਸਕਦਾ ਹੈ ਸਰ। ਇਸ ਦੇ ਨਾਲ ਹੀ ਮੈਂ ਜਾਣਨਾ ਚਾਹਾਂਗਾ ਕਿ ਕੀ ਇੱਕ ਅਧਿਆਪਕ ਇੱਕ ਹੀ ਪ੍ਰੋਜੈਕਟ ਅਪਲੋਡ ਕਰ ਸਕਦਾ ਹੈ ਜਾਂ ਇੱਕ ਤੋਂ ਵੱਧ ਵੀ ਪ੍ਰੋਜੈਕਟ ਅਪਲੋਡ ਕਰ ਸਕਦਾ ਹੈ? ਜੀ ਸਰ, ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕੋਈ ਵੀ ਅਧਿਆਪਕ ਜਾਂ ਸਕੂਲ ਮੁਖੀ ਇੱਕ ਪ੍ਰੋਜੈਕਟ ਤੋਂ ਵੱਧ ਇਹ ਪ੍ਰੋਜੈਕਟ ਦੀਕਸ਼ਾ ਪੋਰਟਲ ਤੇ ਅਪਲੋਡ ਕਰ ਸਕਦਾ ਹੈ, ਚਾਹੇ ਉਹ ਛੋਟੇ ਤੋਂ ਛੋਟਾ ਉਹਦੇ ਇਨੋਵੇਸ਼ਨ ਹੋਵੇ, ਚਾਹੇ ਉਹ ਪੂਰੇ ਸਕੂਲ ਪੱਧਰ ਤੇ ਹੋਵੇ।
ਇਸ ਦੇ ਨਾਲ ਹੀ ਜਿਵੇਂ ਇਹ ਤਾਂ ਸਕੂਲ ਦੀ ਗੱਲ ਹੋ ਗਈ, ਸਾਡੇ ਕਈ ਬੀਪੀਓ ਸਾਹਿਬਾਨ ਹੈ ਜਾਂ ਡੀਓ ਸਾਹਿਬਾਨ ਹੈ, ਡਿਪਟੀ ਡੀਓ ਸਾਹਿਬਾਨ ਹੈ, ਉਹਨਾਂ ਨੂੰ ਵੀ ਦਫ਼ਤਰਾਂ ਦੇ ਵਿੱਚ ਰੋਜ਼ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿ ਉਹ ਵੀ ਇਸ ਸੰਬੰਧੀ ਕੋਈ ਪ੍ਰੋਜੈਕਟ ਅਪਲੋਡ ਕਰ ਸਕਦੇ ਹਨ ਜਾਂ ਸਿਰਫ ਅਧਿਆਪਕਾਂ ਨੂੰ ਹੀ ਇਹ ਆਪਾਂ ਪਲੇਟਫਾਰਮ ਦਿੱਤਾ ਗਿਆ ਹੈ? ਨਹੀਂ ਸਰ, ਕਿਉਂਕਿ ਸਾਡਾ ਮੈਂ ਦੱਸ ਰਿਹਾ ਕਿ ਹਰ ਕਰਮਚਾਰੀ ਤੇ ਅਧਿਕਾਰੀ ਉਹਨਾਂ ਦਾ ਪੰਜਾਬ ਪੋਰਟਲ ਤੇ ਸਾਰਾ ਵੇਰਵਾ ਦਰਜ ਹੈ। ਯੂਜ਼ਰ ਨੇਮ ਤੇ ਪਾਸਵਰਡ ਉਹਨਾਂ ਨੂੰ ਪਹਿਲਾਂ ਹੀ ਮੁਹੱਈਆ ਕਰਾਇਆ ਗਿਆ, ਜੋ ਕਿ ਆਪਣਾ ਹੀ ਪੰਜਾਬ ਦੇ ਯੂਜ਼ਰ ਨੇਮ ਤੇ ਪਾਸਵਰਡ ਹੈ। ਤਾਂ ਦੀਕਸ਼ਾ ਪੋਰਟਲ ਤੇ ਹਰ ਅਧਿਕਾਰੀ ਤੇ ਕਰਮਚਾਰੀ ਲੌਗਇਨ ਕਰ ਸਕਦਾ ਹੈ ਤੇ ਆਪਣੇ ਉਹਨੂੰ ਕੋਈ ਵੀ ਆਪਣੀ ਇੰਡੀਵਿਜੂਅਲ ਉਹਨਾਂ ਨੂੰ ਕੋਈ ਦਿੱਕਤਾਂ ਆਈਆਂ, ਚਾਹੇ ਉਹ ਆਪਣੇ ਆਫਿਸ ਤੋਂ ਰਿਲੇਟਡ ਹੋਵੇ, ਆਪਣੇ ਸਟਾਫ ਤੋਂ ਰਿਲੇਟਡ ਹੋਵੇ, ਆਪਣੇ ਮੈਨੇਜਮੈਂਟ ਤੋਂ ਸਿਸਟਮ ਕੋਈ ਵੀ ਹੋਵੇ, ਜਿਹਦੇ ਕਰਕੇ ਉਹਨੂੰ ਕੋਈ ਪ੍ਰੋਬਲਮ ਫੇਸ ਆਉਂਦੀ, ਤਾਂ ਉਹਨੂੰ ਰੈਜ਼ੋਲੂਸ਼ਨ ਜਿਹੜਾ ਹੈਗਾ ਉਹਨੇ ਕੀ ਸਟੈਪਸ ਲਿੱਤੇ ਹਨ ਉਹ ਅਪਲੋਡ ਕਰ ਸਕਦਾ ਹੈ। ਤਾਂ ਅਧਿਕਾਰੀ ਅਗਰ ਇਦੋਂ ਬਲਕਿ ਇਹ ਕਰਨਗੇ ਤਾਂ ਉਹ ਇੱਕ ਐਗਜ਼ਾਮਪਲ ਸੈਟਅਪ ਕਰਨਗੇ। ਤੇ ਮੈਂ ਖੁਦ ਸਭ ਤੋਂ ਪਹਿਲਾਂ ਆਪਣਾ ਇੱਕ ਪ੍ਰੋਜੈਕਟ ਹੈ ਜਿਹੜਾ ਦੀਕਸ਼ਾ ਪੋਰਟਲ ਤੇ ਮੈਂ ਉਹ ਅਪਲੋਡ ਕਰਾਂਗਾ ਕਿ ਕੋਈ ਅਗਰ ਛੋਟੀ ਜਿਹੀ ਕੋਈ ਦਿੱਕਤ ਅਗਰ ਮੈਨੂੰ ਕੋਈ ਫੇਸ ਹੁੰਦੀ ਹੈ ਮੁੱਖ ਦਫ਼ਤਰ 'ਚ, ਤਾਂ ਮੈਂ ਉਹਨੂੰ ਕਿੱਦਾਂ ਰਿਜ਼ੋਲਵ ਕੀਤਾ, ਸਭ ਤੋਂ ਪਹਿਲਾ ਪ੍ਰੋਜੈਕਟ ਮੇਰਾ ਹੀ ਉੱਥੇ ਅਪਲੋਡ ਹੋਏਗਾ ਸਰ। ਇਸ ਤੋਂ ਇਲਾਵਾ ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਜਿਵੇਂ ਕਿ ਸਾਡੇ ਅਧਿਆਪਕ ਸਾਹਿਬਾਨ ਹੈ, ਅਸੀਂ ਆਮ ਤੌਰ ਦੇ ਉੱਤੇ ਸਿਰਫ ਬੱਚਿਆਂ ਦੀ ਪੜ੍ਹਾਈ ਦਾ ਹੀ ਧਿਆਨ ਰੱਖਦੇ ਹਾਂ। ਅਸੀਂ ਕੇਸ ਸਟੱਡੀਜ਼ ਵਗੈਰਾ ਡਾਕੂਮੈਂਟੇਸ਼ਨ ਦਾ ਕੰਮ ਆਮ ਤੌਰ ਤੇ ਅਧਿਆਪਕ ਵੱਲੋਂ ਨਹੀਂ ਕੀਤਾ ਜਾਂਦਾ ਆ। ਕੀ ਅਸੀਂ ਐਸੀ ਕੋਈ ਕੇਸ ਸਟੱਡੀ ਐਗਜ਼ਾਮਪਲ ਦੇ ਤੌਰ ਦੇ ਉੱਤੇ ਆਪਾਂ ਗਰੁੱਪਸ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ ਕਿ ਤਾਂ ਕਿ ਉਹਨਾਂ ਨੂੰ ਉਸ ਤੋਂ ਸਿੱਖ ਮਿਲ ਸਕੇ ਵੀ ਅਸੀਂ ਇਹਨੂੰ ਕੇਸ ਸਟੱਡੀ ਕੀ ਹੁੰਦੀ ਹੈ, ਕਿੱਦਾਂ ਉਹਦੇ ਸਟੈਪਸ ਹੁੰਦੇ ਨੇ ਤੇ ਕਿੱਦਾਂ ਅਸੀਂ ਉਹਨੂੰ ਦੇਖ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਨੂੰ ਔਕੜਾਂ ਤਾਂ ਬਹੁਤ ਆਉਂਦੀਆਂ ਨੇ, ਅਸੀਂ ਉਹਦਾ ਹੱਲ ਵੀ ਕਰ ਲੈਂਦੇ ਹਾਂ ਤੇ ਜੇ ਉਹਨਾਂ ਨੂੰ ਆਪਾਂ ਡਾਕੂਮੈਂਟੇਸ਼ਨ ਕਰਨ ਲਈ ਕਿਹਾ ਜਾਵੇ ਤੇ ਉਹ ਅਸੀਂ ਭੁੱਲ ਵੀ ਜਾਂਦੇ ਵੀ ਇਹਨੂੰ ਅਸੀਂ ਕਿੱਦਾਂ ਡਾਕੂਮੈਂਟੇਸ਼ਨ ਕਰਨੀ ਸੀ। ਜੀ ਸਰ, ਪਹਿਲਾਂ ਤਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਕਿ ਸਾਡੇ ਸਮੂਹ ਸਕੂਲ ਮੁਖੀ ਤੇ ਅਧਿਆਪਕ ਇਹ ਇੰਨੇ ਕੁ ਕੈਪੇਬਲ ਹੈਗੇ ਹੈ ਕਿ ਇਹ ਆਪਣੀ ਕੋਈ ਵੀ ਇਨੋਵੇਟਿਵ ਆਈਡੀਆ ਆ ਜਾਏ ਇਹਨੂੰ ਬੜੇ ਆਰਾਮ ਨਾਲ ਉਹ ਦੀਕਸ਼ਾ ਪੋਰਟਲ ਤੇ ਅਪਲੋਡ ਕਰ ਲੈਣਗੇ। ਲੇਕਿਨ ਫਿਰ ਵੀ ਅਗਰ ਕਿਸੇ ਅਧਿਆਪਕ ਨੂੰ ਕੋਈ ਔਕੜ ਦਾ ਪੇਸ਼ ਆਉਂਦੀ ਹੈ ਤਾਂ ਸਾਡੇ ਪੜ੍ਹੋ ਪੰਜਾਬ ਟੀਮ ਮੈਂਬਰਸ ਤੇ ਮੁੱਖ ਦਫ਼ਤਰ ਤੋਂ ਸਮੂਹ ਅਧਿਕਾਰੀ ਅਧਿਆਪਕਾਂ ਨੂੰ ਰੈਗੂਲਰਲੀ ਗਾਈਡੈਂਸ ਦਿੰਦੇ ਰਹਾਂਗੇ। ਤੇ ਜਿਹੜਾ ਤੁਸੀਂ ਕੇਸ ਸਟੱਡੀ ਤੋਂ ਰਿਲੇਟਡ ਤੁਸੀਂ ਕਹਿ ਰਹੇ ਹੋ, ਕੇਸ ਸਟੱਡੀਜ਼ ਤੋਂ ਕਈ ਅਧਿਆਪਕਾਂ ਨੇ ਸ਼ਾਇਦ ਉਹਨਾਂ ਵਾਸਤੇ ਨਵਾਂ ਵਰਡ ਹੋਵੇ ਜਾਂ ਇਹ ਕੋਈ ਵੀ ਆਪਣੇ ਰਿਸੋਰਸ ਮਟੀਰੀਅਲ ਹੈ, ਇਹ ਦੀਕਸ਼ਾ ਪੋਰਟਲ ਤੇ ਵੀ ਅਵੇਲੇਬਲ ਹੈ। ਇਹ ਅਸੀਂ ਗਰੁੱਪਸ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਰੈਗੂਲਰਲੀ ਹਰ ਅਧਿਆਪਕ ਨਾਲ ਸ਼ੇਅਰ ਵੀ ਕਰਦੇ ਰਹਾਂਗੇ ਤਾਂ ਜੋ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਫੇਸ ਨਾ ਕਰਨੀ ਪਵੇ ਆਪਣੇ ਇਹਨਾਂ ਪ੍ਰੋਜੈਕਟਸ ਨੂੰ ਦੀਕਸ਼ਾ ਪੋਰਟਲ ਤੇ ਅਪਲੋਡ ਕਰਨ ਸੰਬੰਧੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਵੇਂ ਕਿ ਤੁਸੀਂ ਸਭ ਨੇ ਸੁਣਿਆ, ਕੁਝ ਸ਼ੰਕਾਵਾਂ ਜਿਹੜੀਆਂ ਮੇਰੇ ਮਨ ਦੇ ਵਿੱਚ ਸੀਗੀਆਂ ਉਹ ਹੋ ਸਕਦਾ ਤੁਹਾਡੇ ਮਨ 'ਚ ਵੀ ਹੋਣ ਤੇ ਉਹਨਾਂ ਦਾ ਵੀ ਕਾਫੀ ਹੱਦ ਤੱਕ ਨਿਵਾਰਨ ਹੋ ਗਿਆ ਹੋਵੇਗਾ। ਤੇ ਮੈਂ ਇੱਥੇ ਅਰਜ਼ ਕਰਨੀ ਚਾਹਾਂਗਾ ਕਿ ਜਿਹੜੇ ਅਧਿਆਪਕ ਕਾਫੀ ਦੇਰ ਤੋਂ ਸਾਡੇ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਨੇ ਔਰ ਉਹ ਉਸ ਵੇਲੇ ਦੇ ਜੁੜੇ ਹੋਏ ਨੇ ਕਿ ਜਦੋਂ ਸਾਡੇ ਕੋਲ ਇਹ ਲੈਪਟਾਪ, ਕੰਪਿਊਟਰਸ ਵਗੈਰਾ ਨਹੀਂ ਸੀਗੇ, ਉਹਨਾਂ ਨੂੰ ਐਸੇ ਉਪਕਰਨ ਜਦੋਂ ਅਸੀਂ ਚਲਾਉਣੇ ਪੈਂਦੇ ਨੇ, ਯੂਜ਼ ਕਰਨੇ ਪੈਂਦੇ ਨੇ ਤੇ ਅਸੀਂ ਇੱਕ ਹੈਜ਼ੀਟੇਸ਼ਨ ਰਹਿੰਦੀ ਹੈ ਤੇ ਅਸੀਂ ਉਸ ਹੈਜ਼ੀਟੇਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਵੀ ਨਹੀਂ ਕਰਦੇ। ਔਰ ਇਸ ਦੀ ਇੱਕ ਸਭ ਤੋਂ ਵਧੀਆ ਉਦਾਹਰਣ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਸਾਡੇ ਘਰ ਇੱਕ ਮੇਡ ਆਉਂਦੀ ਹੈ ਤੇ ਉਹ ਘਰੇਲੂ ਕੰਮ ਕਰਦੀ ਆ ਕੇ ਤੇ ਉਹ ਇੱਕ ਦਿਨ ਸਵੈਟਰ ਬੁਣਦੀ ਪਈ ਸੀ ਤੇ ਉਹਦੀ ਬੁਣਤੀ ਬੜੀ ਵਧੀਆ ਲੱਗੀ ਮੈਨੂੰ ਤੇ ਮੈਂ ਵੈਸੇ ਹੀ ਪੁੱਛ ਲਿਆ ਉਹਨੂੰ, ਮੈਂ ਕਿਹਾ ਇਹ ਬੁਣਤੀ ਤੂੰ ਕਿੱਥੋਂ ਪਾਣੀ ਸਿੱਖੀ? ਤੇ ਉਹਨੇ ਮੈਨੂੰ ਜਵਾਬ ਦਿੱਤਾ ਔਰ ਮੈਂ ਉਹਦਾ ਜਵਾਬ ਸੁਣ ਕੇ ਹੈਰਾਨ ਰਹਿ ਗਿਆ। ਉਹ ਕਹਿੰਦੀ ਜੀ ਮੈਂ ਤਾਂ ਨਾ ਗੂਗਲ ਤੋਂ ਸਿੱਖੀ ਹੈ ਜੀ ਇਹ। ਔਰ ਜਦੋਂ ਉਹਨੇ ਗੂਗਲ ਸ਼ਬਦ ਬੋਲਿਆ ਮੈਂ ਤੇ ਮੇਰੇ ਵਾਈਫ ਇੱਕ ਦੂਜੇ ਦਾ ਚਿਹਰਾ ਦੇਖਣ ਲੱਗੇ ਕਿ ਅਨਪੜ੍ਹ ਲੇਡੀ ਜਿਹੜੇ ਕਿ ਘਰ ਵਿੱਚ ਝਾੜੂ ਪੋਚੇ ਲਾਉਣ ਦਾ ਕੰਮ ਕਰਦੀ ਹੈ, ਅੱਜ ਇਹਦੇ ਹੱਥ 'ਚ ਸਮਾਰਟਫੋਨ ਹੈ ਔਰ ਇਹ ਗੂਗਲ ਤੋਂ ਜਿਹੜੀ ਬੁਣਤੀ ਹੈਗੀ ਸਵੈਟਰ ਦੀ ਉਹਨੂੰ ਕਾਪੀ ਕਰਕੇ ਉਕੇਰ ਰਹੀ ਹੈ। ਔਰ ਇਹ ਸਿਰਫ ਇੱਕ ਹੈਜ਼ੀਟੇਸ਼ਨ ਹੁੰਦੀ ਹੈ ਤੇ ਜੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਅਸੀਂ ਵੀ ਇਹਦੇ ਵਿੱਚ ਮਹਾਰਤ ਹਾਸਲ ਕਰ ਲਵਾਂਗੇ। ਅਧਿਆਪਕ ਇੱਕ ਉਹ ਸ਼ਖਸੀਅਤ ਹੈ ਜਿਹੜਾ ਕਿ ਪੱਥਰ 'ਚ ਵੀ ਜਾਨ ਪਾ ਦਿੰਦਾ ਹੈ। ਸਾਡੇ ਕੋਲ ਬਹੁਤ ਉਦਾਹਰਣਾਂ ਨੇ ਅਧਿਆਪਕਾਂ ਦੀਆਂ ਜਿਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਐਸੇ ਕਿਲੇ ਫਤਿਹ ਕੀਤੇ ਨੇ
ਕਿ ਉਹਨਾਂ ਦਾ ਸਾਨੀ ਦੂਸਰਾ ਕੋਈ ਨਹੀਂ ਹੈ। ਜੀ ਸਰ, ਇਹਦੇ ਵਿੱਚ ਮੈਂ ਸਰ ਇੱਕ ਚੀਜ਼ ਐਡ ਕਰਾਂਗਾ ਕਿ ਇਹ ਇਨੋਵੇਟਿਵ ਆਈਡੀਆ ਸੰਬੰਧੀ ਆਪਾਂ ਇਹ ਪ੍ਰੋਜੈਕਟ ਲੈ ਕੇ ਚੱਲ ਰਹੇ ਹਾਂ। ਮਿਨਿਸਟਰੀ ਆਫ ਐਜੂਕੇਸ਼ਨ ਜ਼ਰੂਰ ਲੈ ਕੇ ਆ ਰਹੀ ਹੈ, ਲੇਕਿਨ ਕੋਵਿਡ-19 ਦੇ ਸਮੇਂ ਦੌਰਾਨ ਸਾਡੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਕੰਟੈਂਟ ਮਟੀਰੀਅਲ ਦੀ ਕਮੀ ਨਹੀਂ ਹੋਣ ਦਿੱਤੀ। ਘਰ ਘਰ ਵੀ ਜਾਂਦੇ ਪੜ੍ਹਾਉਂਦੇ ਰਹੇ, ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਪੜ੍ਹਾਉਂਦੇ ਰਹੇ। ਇਨੋਵੇਟਿਵ ਆਈਡੀਆਜ਼ ਦੀ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਹੈ ਜੀ। ਇਹ ਅਧਿਆਪਕ ਉਹ ਅਧਿਆਪਕ ਨੇ ਜੀ, ਜਦ ਸਾਰੀ ਚੀਜ਼ਾਂ ਰੁਕ ਗਈਆਂ ਸੀ ਲੇਕਿਨ ਇਹਨਾਂ ਦੀ ਪੜ੍ਹਾਈ ਜਾਰੀ ਰਹੀ, ਸਾਡੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰਹੀ ਤੇ ਸਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ। ਇਸੇ ਲਈ ਅਸੀਂ ਨੈਸ ਦੇ ਵਿੱਚ ਪੂਰੇ ਦੇਸ਼ 'ਚ ਪਹਿਲੇ ਨੰਬਰ ਤੇ ਆਏ ਹਾਂ ਔਰ ਸਾਨੂੰ ਕਿਸੇ ਨੂੰ ਇਸ ਦਾ ਦੱਸਣ ਤੇ ਸਾਨੂੰ ਫਖਰ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਪਹਿਲੇ ਨੰਬਰ ਤੇ ਆਇਆ ਹੈ। ਅਸੀਂ ਉਹ ਅਧਿਆਪਕ ਹੈ ਜਿਹੜੇ ਪੂਰੇ ਦੇਸ਼ ਦੇ ਵਿੱਚ ਸਾਡੀ ਉਦਾਹਰਣ ਦਿੱਤੀ ਜਾਂਦੀ ਹੈ। ਤੁਸੀਂ ਇਹ ਜਾਣ ਕੇ ਵੀ ਬੜੇ ਉਤਸ਼ਾਹਿਤ ਹੋਵੋਗੇ ਕਿ ਜਿਹੜੇ ਵੀ ਇਨੀਸ਼ੀਏਟਿਵ ਗਵਰਨਮੈਂਟ ਆਫ ਇੰਡੀਆ ਵੱਲੋਂ ਲਏ ਜਾਂਦੇ ਨੇ, ਪੰਜਾਬ ਹਮੇਸ਼ਾ ਉਹਨਾਂ ਵਿੱਚ ਮੋਹਰੀ ਰਿਹਾ ਹੈ ਤੇ ਪੰਜਾਬ ਦੀ ਇੱਕ ਬਹੁਤ ਹੀ ਚੰਗੀ ਇਮੇਜ ਗਵਰਨਮੈਂਟ ਆਫ ਇੰਡੀਆ ਨਜ਼ਰਾਂ 'ਚ ਹੈ। ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੁੰਦਾ ਹੈ ਉਹ ਸਾਡੇ ਪੰਜਾਬ ਵੱਲ ਹੀ ਦੇਖਦੇ ਆ। ਤੇ ਮੈਂ ਇਹਦੀ ਛੋਟੀ ਜਿਹੀ ਇੱਕ ਹੋਰ ਉਦਾਹਰਣ ਵੀ ਸੀਗੀ ਕਿ ਇੱਕ ਵੋਕੇਸ਼ਨ ਸਿੱਖਿਆ ਨਾਲ ਰਿਲੇਟਡ ਪ੍ਰੋਜੈਕਟ ਸ਼ੁਰੂ ਕਰਨਾ ਸੀ ਗਵਰਨਮੈਂਟ ਆਫ ਇੰਡੀਆ ਨੇ। ਤੇ ਜਦੋਂ ਸ਼ੁਰੂ ਕੀਤਾ, ਰਾਦਰ ਆਈਡੀਆ ਉਹ ਪੰਜਾਬ ਦਾ ਹੀ ਸੀ, ਅਸੀਂ ਆਪਣੇ ਪੱਧਰ ਤੇ ਉਸ ਨੂੰ ਸ਼ੁਰੂ ਕਰਨ ਜਾ ਰਹੇ ਸੀ ਤੇ ਸਾਡੀ ਜਦੋਂ ਨੌਲੇਜ ਸ਼ੇਅਰਿੰਗ ਹੋਈ ਗਵਰਨਮੈਂਟ ਆਫ ਇੰਡੀਆ ਨਾਲ, ਉਹਨਾਂ ਨੂੰ ਪ੍ਰੋਜੈਕਟ ਚੰਗਾ ਲੱਗਾ ਤੇ ਉਹਨਾਂ ਨੇ ਪੂਰੇ ਆਲ ਓਵਰ ਇੰਡੀਆ 'ਚ ਉਹਨੂੰ ਲਾਗੂ ਕਰ ਦਿੱਤਾ। ਔਰ ਜਦੋਂ ਲਾਗੂ ਕਰ ਦਿੱਤਾ ਤੇ ਉਹ ਤੁਸੀਂ ਜਾਣ ਕੇ ਖੁਸ਼ ਹੋਵੋਗੇ ਕਿ ਪੰਜਾਬ ਦੇ ਉਹਨਾਂ ਨੇ 166 ਸਕੂਲ 6 ਸਕੂਲਸ ਉਹਨਾਂ ਨੇ ਚੁਣੇ ਤੇ ਜਦਕਿ ਗੁਜਰਾਤ ਦੇ ਸਿਰਫ 4 ਸਕੂਲ ਚੁਣੇ ਸੀ। ਔਰ ਇਹਦਾ ਕਾਰਨ ਸਿਰਫ ਇਹੀ ਸੀਗਾ ਕਿ ਇਹ ਨਹੀਂ ਮੈਂ ਕਹਾਂਗਾ ਕਿ ਗੁਜਰਾਤ ਸਾਡੇ ਤੋਂ ਪਿੱਛੇ ਹੈ ਜਾਂ ਗੁਜਰਾਤ, ਮੈਂ ਸਿਰਫ ਇੰਨੀ ਗੱਲ ਕਰਾਂਗਾ ਕਿ ਇਨੀਸ਼ੀਏਟਿਵ ਲੈਣ ਦੇ ਵਿੱਚ ਉਹਨਾਂ ਦੀ ਨਜ਼ਰਾਂ 'ਚ ਪੰਜਾਬ ਬਹੁਤ ਅੱਗੇ ਸੀ ਤੇ ਸਾਡੇ ਵੱਧ ਤੋਂ ਵੱਧ ਸਕੂਲ ਉਹਨਾਂ ਨੇ ਇਸ ਗੱਲ ਲਈ ਚੁਣੇਗੇ। ਹੁਣ ਮੈਂ ਆਸ ਕਰਦਾ ਹਾਂ ਕਿ ਜਿਵੇਂ ਕਿ ਸੁਸ਼ੀਲ ਜੀ ਨੇ ਪਹਿਲਾਂ ਦੱਸਿਆ ਹੈ ਕਿ ਇੱਕ ਅਧਿਆਪਕ ਜਾਂ ਇੱਕ ਕਰਮਚਾਰੀ ਜਾਂ ਇੱਕ ਅਧਿਕਾਰੀ ਇੱਕ ਜਾਂ ਇੱਕ ਤੋਂ ਵੱਧ ਆਪਣਾ ਪ੍ਰੋਜੈਕਟ ਅਪਲੋਡ ਕਰ ਸਕਦਾ ਹੈ ਤੇ ਸਾਡੀ ਜਿਹੜੀ ਸੰਖਿਆ ਹੈਗੀ ਹੈ ਸਿੱਖਿਆ ਵਿਭਾਗ ਦੀ ਕਰਮਚਾਰੀਆਂ ਤੁਸੀਂ ਜਾਣਦੇ ਹੋ ਤੇ ਮੈਂ ਉਮੀਦ ਕਰਦਾ ਹਾਂ ਕਿ ਘੱਟੋ ਘੱਟ 1 ਲੱਖ ਤੋਂ ਉੱਪਰ ਸਾਡੇ ਪ੍ਰੋਜੈਕਟ ਜਿਹੜੇ ਆ ਉਹ ਸਬਮਿਟ ਹੋਣਗੇ। ਇਹ 1 ਲੱਖ ਜਿਹੜਾ ਸ਼ਬਦ ਹੈ ਉਹ ਸਿਰਫ ਤਾਂ ਹੈ ਜੇ ਇੱਕ ਕਰਮਚਾਰੀ ਇੱਕ ਪ੍ਰੋਜੈਕਟ ਨੂੰ ਅਪਲੋਡ ਕਰੇਗਾ। ਜੇ ਇੱਕ ਤੋਂ ਵੱਧ ਪ੍ਰੋਜੈਕਟ ਅਪਲੋਡ ਕਰ ਦੇਗਾ ਤੇ ਇਹ ਜਿਹੜੀ ਸੰਖਿਆ ਹੈ ਕਿਤੇ ਇਸ ਤੋਂ ਵੱਧ ਹੋ ਜਾਵੇਗੀ ਤਾਂ ਕਿ ਸਾਨੂੰ ਵੀ ਮਾਣ ਮਹਿਸੂਸ ਹੋਵੇ ਕਿ ਦੇਖੋ ਜੀ ਸਾਡੇ ਜਿਹੜੇ ਨੇ ਅਧਿਆਪਕ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਅੱਜ ਦੀ ਇਸ ਗੋਸ਼ਟੀ ਸ਼ਾਮਲ ਹੋਣ ਲਈ। ਥੈਂਕ ਯੂ, ਧੰਨਵਾਦ, ਨਮਸਕਾਰ ਜੀ। ਨਮਸਕਾਰ।